ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 25 ਹੈ। ਅਤੇ ਅੱਜ ਕੁਝ ਸਪੈਸ਼ਲ ਫੰਕਸ਼ਨਾਂ ਬੀਟਾ ਅਤੇ ਗਾਮਾ ਬਾਰੇ ਗੱਲ ਕਰਾਂਗੇ, ਜੋ ਇਹਨਾਂ ਇੰਪਰੋਪਰ ਇੰਟੀਗਰਲਸ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਲਈ ਮੁੱਖ ਤੌਰ ਤੇ ਅਸੀਂ ਅਜਿਹੇ ਸਪੈਸ਼ਲ ਫੰਕਸ਼ਨਸ ਦੇ ਕਨਵਰਜੈਂਸ ਤੇ ਚਰਚਾ ਕਰਾਂਗੇ ਜੋ ਕਿ ਇੰਪਰੋਪਰ ਇੰਟੀਗਰਲਸ ਹਨ। ਪਿਛਲੇ ਲੈਕਚਰ ਵਿੱਚ ਅਸੀਂ ਬਹੁਤ ਉਪਯੋਗੀ ਕੰਪੈਰੀਜ਼ਨ ਟੈਸਟ ਵੇਖੇ ਹਨ। ਉਦਾਹਰਨ ਦੇ ਲਈ ਇੱਥੇ ਸਾਡੇ ਕੋਲ ਫੰਕਸ਼ਨ f ਅਤੇ g ਹੈ। ਅਸੀਂ ਇਸ ਇਨਇਕੁਆਲਿਟੀ ਨੂੰ ਸੈਟਿਸਫਾਈ ਕਰਦੇ ਹਾਂ ਕਿ f(x) ਇੱਕ ਨਾਨ ਨੈਗੇਟਿਵ ਹੈ। ਇਸ ਲਈ ਕਿਸੇ ਵੀ ਪੁਆਇੰਟ ਤੇ f ਦੇ ਸਾਰੇ ਵੈਲਿਊਜ਼ x ਵਿੱਚ a ਤੋਂ b ਜਾਂ a ਤੋਂ ਇਨਫਿਨਿਟੀ ਦੇ ਵਿੱਚ ਟਾਈਪ 1 ਦਾ ਇੰਪਰੋਪਰ ਇੰਟੀਗਰਲ ਹੋਣ ਦੇ ਟਾਈਪ ਵਿੱਚ। ਇਸ ਲਈ ਸਾਡੇ ਕੋਲ ਇਹ ਇਨਇਕੁਆਲਿਟੀ ਹੈ ਕਿ f(x) ਨਾਨ ਨੈਗੇਟਿਵ ਵੈਲਿਊਜ਼ ਵਿੱਚ ਲੈ ਰਹੇ ਹਨ ਅਤੇ ਨਾਲ ਹੀ ਇਹ g(x) ਸਾਰੀ ਦਿੱਤੀ ਗਈ ਰੇਂਜ ਲਈ f(x) ਤੋਂ ਵੀ ਵੱਡੀ ਵੈਲਿਊਜ਼ ਲੈ ਰਿਹਾ ਹੈ। ਅਤੇ ਉਸ ਕੇਸ ਵਿੱਚ ਅਸੀਂ f ਅਤੇ g ਦੇ ਇਸ ਅਨੁਪਾਤ ਨੂੰ ਕੰਪਿਊਟ ਕਰਦੇ ਅਤੇ ਇਸ ਅਨੁਪਾਤ ਦੀ ਲਿਮਿਟ ਦੇ ਆਧਾਰ ਤੇ ਅਸੀਂ ਇਹ ਸਿੱਟਾ ਕੱਢਾਂਗੇ ਕਿ ਕੀ g ਦੇ ਇੰਟੀਗਰਲ ਦੇ ਕਨਵਰਜੈਂਸ ਨੂੰ ਵੇਖਦੇ ਹੋਏ f ਕਨਵਰਜ ਕਰਦਾ ਹੈ ਜਾਂ ਨਹੀਂ, ਜਾਂ ਇਸ ਦੇ ਵਿਪਰੀਤ। ਇਸ ਲਈ ਇੱਥੇ ਅਸੀਂ ਦੋਵਾਂ ਕੇਸਿਸ ਤੇ ਟਾਈਪ 1 ਦੇ ਇੰਟੀਗਰਲ ਦੇ ਨਾਲ-ਨਾਲ ਟਾਈਪ 2 ਦੇ ਇੰਟੀਗਰਲ ਤੇ ਚਰਚਾ ਕਰ ਰਹੇ ਹਾਂ। ਇਸ ਲਈ ਟਾਈਪ 1 ਦੇ ਇੰਟੀਗਰਲ ਵਿੱਚ ਸਾਨੂੰ ਸਮੱਸਿਆ ਹੈ ਕਿਉਂਕਿ ਇਨਫਿਨਿਟੀ ਜਿੱਥੇ ਇੰਟੀਗਰੈਂਡ ਟਾਈਪ 2 ਇੰਟੀਗਰੇਲ ਨਾਲ ਬਾਉਂਡਡ ਹੈ, ਸਾਡੇ ਵਿਚਕਾਰ ਕਿਤੇ ਨਾ ਕਿਤੇ ਇੱਕ ਅਨਬਾਉਂਡਡ ਫੰਕਸ਼ਨ ਹੈ a ਅਤੇ b। ਇਸ ਲਈ ਅਸੀਂ ਦੋਵਾਂ ਦਾ ਇੱਥੇ ਇਕੱਠੇ ਵਿਚਾਰ ਰਹੇ ਹਾਂ। ਟਾਈਪ 1 ਦੇ ਇੰਪਰੋਪਰ ਇੰਟੀਗਰਲ ਕੇਸ ਵਿੱਚ ਅਸੀਂ ਇਸ ਲਿਮਿਟ ਨੂੰ ਲੈ ਲਵਾਂਗੇ ਕਿਉਂਕਿ ਟਾਈਪ 2 ਦੇ ਇੰਟੀਗਰਲ ਹੋਣ ਦੇ ਕੇਸ ਵਿੱਚ x ਇਨਫਿਨਿਟੀ ਦੇ ਨੇੜੇ ਪਹੁੰਚਦਾ ਹੈ। ਅਸੀਂ ਇਸ ਲਿਮਿਟ ਨੂੰ ਕੰਸੀਡਰ ਕਰਾਂਗੇ ਕਿਉਂਕਿ x a+ ਦੇ ਨੇੜੇ ਆਉਂਦਾ ਹੈ। ਇਸ ਲਈ ਇੱਥੇ ਇਸ ਲਿਮਿਟ ਦੇ ਆਧਾਰ ਤੇ ਜੇ a ਨਾਨ ਜ਼ੀਰੋ ਨੰਬਰ ਬਣਦਾ ਹੈ ਤਾਂ ਉਸ ਕੇਸ ਵਿੱਚ ਦੋਵੇਂ ਇੰਟੀਗਰਲਸ a ਤੋਂ b ਜਾਂ a ਤੋਂ ਇਨਫਿਨਿਟੀ ਤੱਕ f(x) dx ਅਤੇ ਦੂਜੇ a ਤੋਂ b ਜਾਂ a ਤੋਂ ਇਨਫਿਨਿਟੀ ਤੱਕ ਹੁਣ g(x) dx ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਨਗੇ। ਇਹ ਕਨਕਲੂਜ਼ਨ ਸੀ ਅਤੇ ਉੱਥੇ ਇੱਕ ਹੋਰ ਇਨਕਲੂਸ਼ਨ ਫਾਰਮ ਸੀ ਕਿ ਜੇ k 0 ਹੁੰਦਾ ਹੈ ਅਤੇ ਇਹ g(x) ਇੰਟੀਗਰਲ ਉੱਤੇ g(x) ਕਿਸੇ ਵੀ ਕੇਸ ਵਿੱਚ ਜੇ ਕਨਵਰਜ ਕਰਦਾ ਹੈ ਕਿਉਂਕਿ ਜਦੋਂ k 0 ਹੋਣ ਵਾਲਾ ਹੁੰਦਾ ਹੈ, ਜਿਵੇਂ ਅਸੀਂ ਇਨਫਿਨਿਟੀ ਜਾਂ a ਦੇ ਨੇੜੇ ਵੱਧ ਰਹੇ ਹਾਂ, ਇਹ g(x) ਗਰੋਇੰਗ ਫਾਸਟਰ, ਤਾਂ ਫਿਰ ਉਸ ਕੇਸ ਵਿੱਚ ਜੇ ਉਹ ਇੰਟੀਗਰਲ ਕਨਵਰਜ ਕਰਦਾ ਹੈ ਤਾਂ ਦੂਸਰਾ ਵੀ ਕਨਵਰਜ ਕਰੇਗਾ। ਅਤੇ ਸਾਡੇ ਕੋਲ ਇਹ ਨਤੀਜਾ ਵੀ ਸੀ ਕਿ ਜੇ ਇਹ k ਇਨਫਿਨਿਟੀ ਹੈ ਤਾਂ ਉਸ ਕੇਸ ਵਿੱਚ ਜੇ ਦੂਸਰਾ g ਇੰਟੀਗਰਲ ਹੈ ਤਾਂ ਇਹ ਡਾਇਵਰਜ ਹੋ ਜਾਂਦਾ ਹੈ। ਉਸ ਕੇਸ ਵਿੱਚ ਅਸੀਂ ਇਹ ਕਨਕਲੂਆਡ ਕੱਢ ਸਕਦੇ ਹਾਂ ਕਿ ਇਹ f ਵੀ ਡਾਇਵਰਜ ਹੋਏਗਾ। ਇਸ ਲਈ ਇਹਨਾਂ ਨਤੀਜਿਆਂ ਦੇ ਆਧਾਰ ਤੇ ਕੁਝ ਕਨਵਰਜੈਂਸ ਤੇ ਅਸੀਂ ਦੋ ਵਿਸ਼ੇਸ਼ ਫੰਕਸ਼ਨਾਂ ਦੇ ਕਨਵਰਜੈਂਸ ਨੂੰ ਪ੍ਰੂਵ ਕਰਾਂਗੇ ਜੋ ਕਿ ਬੀਟਾ ਅਤੇ ਗਾਮਾ ਫੰਕਸ਼ਨ ਹਨ। ਇਸ ਲਈ ਪਹਿਲਾਂ ਮੈਂ ਪਰਿਭਾਸ਼ਿਤ ਕਰਾਂਗਾ ਕਿ ਉਹ ਫੰਕਸ਼ਨ ਕੀ ਹਨ। ਇਸ ਤੋਂ ਪਹਿਲਾਂ ਸਾਨੂੰ ਇਸ ਟੈਸਟ ਇੰਟੀਗਰਲਸ ਦੀ ਜ਼ਰੂਰਤ ਹੈ ਦੁਬਾਰਾ ਪਿਛਲੇ ਲੈਕਚਰ ਤੋਂ, ਅਤੇ ਉੱਥੇ ਅਸੀਂ ਇਹਨਾਂ ਦੋ ਟਾਈਪਸ ਦੇ ਇੰਟੀਗਰਲ ਨੂੰ ਵੇਖਿਆ ਹੈ। ਇਸ ਦੀ ਵਰਤੋਂ ਉਦੋਂ ਕੀਤੀ ਗਈ ਸੀ ਜਦੋਂ ਅਸੀਂ ਟਾਈਪ 2 ਇੰਟੀਗਰਲ ਬਾਰੇ ਗੱਲ ਕਰ ਰਹੇ ਸੀ। ਇੱਥੇ ਕਨਵਰਜੈਂਸ ਇਹ ਇੰਟੀਗਰਲ 1 ਤੋਂ p ਘੱਟ ਲਈ ਕਨਵਰਜ ਹੈ ਅਤੇ ਜਦੋਂ ਇਹ p 1 ਤੋਂ ਵੱਡਾ ਜਾਂ ਇਸ ਦੇ ਇਕੁਅਲ ਹੁੰਦਾ ਹੈ ਤਾਂ ਡਾਇਵਰਜ ਹੋ ਜਾਂਦਾ ਹੈ। ਇਸ ਕੇਸ ਵਿੱਚ ਜਦੋਂ ਅਸੀਂ ਟਾਈਪ 1 ਦੇ ਇੰਪਰੋਪਰ ਇੰਟੀਗਰਲਸ ਦੇ ਇੰਟੀਗਰਲ ਬਾਰੇ ਚਰਚਾ ਕਰ ਰਹੇ ਸੀ, ਉਸ ਕੇਸ ਵਿੱਚ ਇਹ ਇੰਟੀਗਰਲ 1/x ਪਾਵਰ p ਉਦੋਂ ਕਨਵਰਜ ਕਰਦਾ ਜਦੋਂ ਸਾਡੇ ਕੋਲ p 1 ਤੋਂ ਜ਼ਿਆਦਾ ਹੋਏ, ਅਤੇ ਇਹ ਇੰਟੀਗਰਲ p ਜੋ ਕਿ 1 ਦੇ ਇਕੁਅਲ ਜਾਂ ਘੱਟ ਲਈ ਡਾਇਵਰਜ ਹੁੰਦਾ ਹੈ। ਇਸ ਲਈ ਇਹ ਦੋ ਇੰਟੀਗਰਲ ਉਹਨਾਂ ਸਪੈਸ਼ਲ ਫੰਕਸ਼ਨਾਂ ਦੇ ਕੰਪੈਰੀਜ਼ਨ ਟੈਸਟ ਲਈ ਦੁਬਾਰਾ ਵਰਤੇ ਜਾਣਗੇ। ਇਸ ਲਈ ਇਹਨਾਂ ਫੰਕਸ਼ਨਾਂ ਤੇ ਆਉਂਦੇ ਹੋਏ ਸਾਡੇ ਕੋਲ ਬੀਟਾ ਅਤੇ ਗਾਮਾ ਫੰਕਸ਼ਨ ਹਨ ਅਤੇ ਇਸ ਬੀਟਾ ਫੰਕਸ਼ਨ ਨੂੰ ਇਸ ਇੰਟੀਗਰਲ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਨੋਟੇਸ਼ਨ ਜੋ ਅਸੀਂ ਇੱਥੇ b(m)n ਦੀ ਵਰਤੋਂ ਕੀਤੀ ਅਤੇ ਇਸ b(m)n ਨੂੰ ਇਸ ਇੰਟੀਗਰਲ ਨੂੰ 0 ਤੋਂ 1 x ਪਾਵਰ m-1 ਅਤੇ 1 x ਪਾਵਰ n-1 dx ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਜਿੱਥੇ ਇਹ m n ਪੋਜ਼ਿਟਿਵ ਹਨ। ਇਸ ਲਈ ਅਸੀਂ ਵੇਖਾਂਗੇ ਇਹ ਇੰਟੀਗਰਲ ਕਨਵਰਜਸ ਹੁੰਦਾ ਹੈ ਸਿਰਫ ਇਹਨਾਂ ਵੈਲਿਊਜ਼ ਲਈ ਜਦੋਂ m ਅਤੇ n ਦੋਵੇਂ ਸਿਰਫ ਪੋਜ਼ਿਟਿਵ ਹਨ। ਅਤੇ ਇੱਕ ਹੋਰ ਫੰਕਸ਼ਨ ਹੈ ਜਿਸਨੂੰ ਗਾਮਾ ਫੰਕਸ਼ਨ ਕਹਿੰਦੇ। ਇਸ ਲਈ ਗਾਮਾ n ਨੂੰ ਇਸ ਇੰਪਰੋਪਰ ਇੰਟੀਗਰਲ ਦੁਆਰਾ ਪਰਿਭਾਸ਼ਿਤ ਕੀਤਾ ਗਿਆ। ਇਸ ਲਈ 0 ਤੋਂ ਇਨਫਿਨਿਟੀ ਅਤੇ e ਪਾਵਰ -x ਅਤੇ x ਪਾਵਰ n-1 dx ਅਤੇ ਅਸੀਂ ਇਹ ਵੀ ਵੇਖਾਂਗੇ ਕਿ ਜਦੋਂ n ਅਸਲ
ਵਿੱਚ ਪੋਜ਼ਿਟਿਵ ਹੁੰਦਾ ਹੈ ਤਾਂ ਇਹ ਇੰਟੀਗਰਲ ਵੀ ਕਨਵਰਜ ਹੁੰਦਾ ਹੈ। ਇਸ ਤੇ ਦੁਬਾਰਾ ਆਉਂਦੇ ਹੋਏ ਇਹ ਇੱਥੇ b mn ਤੇ ਫਸਟ ਇੰਟੀਗਰਲ ਹੈ। ਇਸ ਲਈ ਇਹ ਇੰਟੀਗਰਲ ਟਾਈਪ 2 ਦਾ ਇੰਪ੍ਰੋਪਰ ਇੰਟੀਗਰਲ ਹੈ ਕਿਉਂਕਿ ਇਹ ਇੰਟੀਗਰੈਂਡ ਅਨਬਾਊਂਡਡ ਹੋ ਸਕਦਾ ਹੈ ਜਦੋਂ x 0 ਦੇ ਨੇੜੇ ਆ ਜਾਂਦਾ ਹੈ ਜਾਂ x 1 ਦੇ ਨੇੜੇ ਪਹੁੰਚਦਾ ਹੈ। ਜੇ ਇਹ x ਪਾਵਰ m-1 ਹੈ ਤਾਂ ਇੱਥੇ ਪਾਵਰ ਨੈਗੇਟਿਵ ਹੁੰਦੀ ਹੈ ਤਾਂ ਇਹ ਅਨਬਾਊਂਡਡ ਹੋ ਜਾਂਦੀ ਹੈ ਜਦੋਂ x 0 ਤੱਕ ਪਹੁੰਚਦਾ ਹੈ, ਜਾਂ ਜਦੋਂ x 1 ਦੇ ਕੋਲ ਪਹੁੰਚਦਾ ਹੈ। ਜੇ ਇਹ n-1 ਨੈਗੇਟਿਵ ਹੁੰਦਾ ਹੈ ਤਾਂ ਇਹ ਟਾਈਪ 2 ਦਾ ਇੰਪ੍ਰੋਪਰ ਇੰਟੀਗਰਲ ਹੋਵੇਗਾ। ਦੂਜੇ ਕੇਸ ਵਿੱਚ ਸਾਡੇ ਕੋਲ 0 ਤੋਂ ਇਨਫਿਨਿਟੀ ਹੈ, ਇਸ ਲਈ ਇਹ ਇਨਫਿਨਿਟੀ ਲਿਮਿਟ ਵਿੱਚ ਦਿਖਾਈ ਦਿੰਦਾ ਹੈ, ਇਸ ਲਈ ਇਹ ਟਾਈਪ 1 ਦਾ ਇੰਪ੍ਰੋਪਰ ਇੰਟੀਗਰਲ ਹੈ ਅਤੇ ਨਾਲ ਹੀ ਇਹ n ਟਾਈਪ 2 ਦਾ ਇੰਪ੍ਰੋਪਰ ਇੰਟੀਗਰਲ ਹੋ ਸਕਦਾ ਹੈ, ਕਿਉਂਕਿ ਇਹ x ਪਾਵਰ n-1 ਹੈ ਅਤੇ ਜੇ ਇਸ n ਦਾ ਮਤਲਬ ਹੈ ਕਿ ਉਸ ਕੇਸ ਵਿੱਚ ਇੱਕ ਨੈਗੇਟਿਵ ਹੈ ਜਦੋਂ x 0 ਦੇ ਨੇੜੇ ਪਹੁੰਚਦਾ ਹੈ ਤਾਂ ਇੰਟੀਗਰੈਂਡ ਅਨਬਾਊਂਡਡ ਹੋ ਜਾਵੇਗਾ। ਇਸ ਲਈ ਇਹ ਇੱਕ ਮਿਸ਼ਰਤ ਕਿਸਮ ਦਾ ਇੰਟੀਗਰਲ ਜਾਂ ਟਾਈਪ 3 ਇੰਟੀਗਰਲਸ ਹੈ। ਪਿਛਲੇ ਲੈਕਚਰਾਂ ਵਿੱਚ ਵਰਤੇ ਗਏ ਸਾਡੇ ਨੋਟੇਸ਼ਨਸ ਦੇ ਅਨੁਸਾਰ ਅਸੀਂ ਅੱਜ ਉਹਨਾਂ ਇੰਟੀਗਰਲ ਤੋਂ ਪ੍ਰਾਪਤ ਹੋਏ ਗਿਆਨ ਦੇ ਆਧਾਰ ਤੇ ਇਹਨਾਂ ਕਨਵਰਜੈਂਸ ਬਾਰੇ ਚਰਚਾ ਕਰਾਂਗੇ। ਤਾਂ ਫਿਰ ਇੱਥੇ ਬੀਟਾ ਫੰਕਸ਼ਨ ਦਾ ਕਨਵਰਜੈਂਸ ਹੈ ਅਤੇ ਅਸੀਂ ਪਹਿਲਾ ਕੇਸ ਤੇ ਕੰਸੀਡਰ ਕਰਾਂਗੇ ਜਦੋਂ m ਅਤੇ n ਦੋਵੇਂ 1 ਤੋਂ ਵੱਧ ਜਾਂ ਇਕੁਅਲ ਹਨ। ਇਸ ਲਈ ਇਸ ਕੇਸ ਵਿੱਚ ਇੱਥੇ ਕੀ ਹੋ ਰਿਹਾ ਹੈ, m ਅਤੇ n, ਇਸ ਲਈ ਇੱਥੇ x ਲਈ ਇਹ ਪਾਵਰ ਪੋਜ਼ਿਟਿਵ ਹੈ ਅਤੇ ਇੱਥੇ ਇੱਕ -x ਲਈ ਵੀ ਪਾਵਰ ਹੈ ਕਿਉਂਕਿ n 1 ਦੇ ਇਕੁਅਲ ਵੀ ਵੱਡੀ ਹੈ ਕਿ ਪਾਵਰ ਵੀ ਪੋਜ਼ਿਟਿਵ ਹੈ। ਇਸ ਲਈ ਦੋਵਾਂ ਕੇਸਿਸ ਵਿੱਚ ਜਦੋਂ m ਅਤੇ n ਸਟ੍ਰਿਕਟਲੀ 1 ਤੋਂ ਵੱਧ ਹੁੰਦੇ ਹਨ, ਅਸੀਂ ਵੇਖਦੇ ਹਾਂ ਕਿ ਇੰਟੀਗਰੈਂਡ ਅਨਬਾਊਂਡਡ ਫੰਕਸ਼ਨ ਨਹੀਂ ਹੈ। ਇਸ ਲਈ ਇਹ ਇੰਟੀਗਰਲ ਅਸਲ ਵਿੱਚ ਇੱਕ ਪ੍ਰੋਪਰ ਇੰਟੀਗਰਲ ਹੈ ਅਤੇ ਸਾਨੂੰ ਇੰਪ੍ਰੋਪਰ ਇੰਟੀਗਰਲ ਦੇ ਕਨਵਰਜੈਂਸ ਬਾਰੇ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ, ਇਸ ਲਈ ਇਹ ਸਪੈਸ਼ਲ ਕੇਸ ਹੈ ਅਤੇ ਇਹ ਇੰਟੀਗਰਲ ਪ੍ਰੋਪਰ ਹੈ ਅਤੇ ਇਸ ਲਈ ਇਹ ਕਨਵਰਜੈਂਟ ਦਿਲਚਸਪ ਕੇਸ ਹੈ ਜਦੋਂ m ਅਤੇ n ਦੋਵੇਂ 1 ਤੋਂ ਘੱਟ ਹੁੰਦੇ ਹਨ। ਇਸ ਲਈ ਇਸ ਕੇਸ ਵਿੱਚ ਜਦੋਂ m ਅਤੇ n ਦੋਵੇਂ 1 ਤੋਂ ਘੱਟ ਹੁੰਦੇ ਹਨ ਤਾਂ ਫਿਰ ਇਹ m-1 ਹੈ ਅਤੇ ਇੱਥੇ n-1 ਹੈ ਤਾਂ ਇਹ ਪਾਵਰਾਂ ਨੈਗੇਟਿਵ ਹੋ ਜਾਣਗੀਆਂ ਅਤੇ ਉਸ ਕੇਸ ਵਿੱਚ ਸਾਡੇ ਕੋਲ ਟਾਈਪ 2 ਦਾ ਇੰਪ੍ਰੋਪਰ ਇੰਟੀਗਰਲ ਹੈ ਕਿਉਂਕਿ ਇੰਟੀਗਰੈਂਡ ਅਨਬਾਊਂਡਡ ਹੁੰਦਾ ਜਾ ਰਿਹਾ ਹੈ। ਇਸ ਲਈ ਅਸੀਂ ਹੁਣ ਇਸ ਬਾਰੇ ਕੰਸੀਡਰ ਕਰਾਂਗੇ ਕਿ ਅਸੀਂ 2 ਤੋੜਾਂਗੇ ਕਿਉਂਕਿ ਜਦੋਂ x 0 ਦੇ ਨੇੜੇ ਆਉਂਦਾ ਹੈ ਤਾਂ ਸਾਨੂੰ ਦੋਵਾਂ ਸਿਰਿਆਂ ਤੇ ਸਮੱਸਿਆ ਹੁੰਦੀ ਹੈ। ਇਸ ਦੇ ਨਾਲ ਹੀ ਜਦੋਂ x ਇਸ ਟਰਮ ਦੇ ਕਾਰਨ 1 ਦੇ ਨੇੜੇ ਆ ਰਿਹਾ ਹੈ ਤਾਂ ਅਸੀਂ ਇਸ ਇੰਟੀਗਰਲ ਨੂੰ 2 ਭਾਗਾਂ ਤੋੜ ਦੇਵਾਂਗੇ। 1 0 ਤੋਂ ਕੁਝ ਨੰਬਰ c 0 ਅਤੇ 1 ਦੇ ਵਿਚਕਾਰ ਹੈ ਅਤੇ ਇਹ ਇੰਟੀਗਰਲ ਅਤੇ ਪਲੱਸ ਅਸੀਂ ਇਸ c ਨੂੰ 1 ਅਤੇ c ਨੂੰ ਦੁਬਾਰਾ ਲੈ ਲਵਾਂਗੇ ਉਹੀ ਇੰਟੀਗਰਲ। ਤਾਂ ਆਓ ਇਸ ਨੂੰ i1 ਅਤੇ i2 ਕਹੀਏ ਕਿਉਂਕਿ ਤੁਸੀਂ ਹੁਣ ਇਹਨਾਂ ਦੋ ਇੰਟੀਗਰਲ ਦੇ ਕਨਵਰਜੈਂਸ ਤੇ ਅਤੇ ਇਸ ਪਹਿਲਾ ਕੇਸ ਵਿੱਚ ਵੱਖਰੇ ਤੌਰ ਤੇ ਚਰਚਾ ਕਰੋਗੇ। ਇਸ x ਪਾਵਰ m-1 ਟਰਮ ਦੇ ਕਾਰਨ ਇਹ ਇੰਟੀਗਰਲ ਇੰਪ੍ਰੋਪਰ ਹੋ ਰਿਹਾ ਹੈ ਅਤੇ ਦੂਜੇ ਕੇਸ ਵਿੱਚ ਇਸ ਕਾਰਨ ਇੱਕ -x ਜਿਵੇਂ-ਜਿਵੇਂ x 1 ਦੇ ਨੇੜੇ ਪਹੁੰਚਦਾ ਹੈ ਇਹ ਇੰਟੀਗਰਲ ਇੰਪ੍ਰੋਪਰ ਹੋ ਰਿਹਾ ਹੈ। ਤਾਂ ਆਓ ਪਹਿਲਾਂ ਇੱਕ ਕਰਕੇ ਪਹਿਲੇ ਕੇਸ ਤੇ ਚਰਚਾ ਕਰੀਏ। ਅਸੀਂ ਇਸ i1 ਨੂੰ 0 ਤੋਂ ਲੈ ਕੇ ਇੱਕ x ਪਾਵਰ m-1 ਇੱਕ -x ਪਾਵਰ n-1 dx ਵਿੱਚ ਲੈ ਜਾਵਾਂਗੇ ਅਤੇ ਅਸੀਂ ਇਸ f(x) ਨੂੰ ਇਸ ਇੰਪ੍ਰੋਪਰ ਇੰਟੀਗਰਲ ਦੇ ਇੰਟੀਗਰੈਂਡ ਨੂੰ x ਪਾਵਰ m-1 ਇੱਕ -x ਪਾਵਰ n-1 ਵਿੱਚ ਲੈਂਦੇ ਅਤੇ ਹੁਣ ਤੁਲਨਾ ਲਈ ਸਾਨੂੰ ਇੱਕ ਹੋਰ ਫੰਕਸ਼ਨ ਲੈਣਾ ਪਵੇਗਾ। ਇਸ ਲਈ ਅਸੀਂ ਇੱਥੇ gx ਤੇ ਕੰਸੀਡਰ ਕਰਦੇ ਹਾਂ ਕਿਉਂਕਿ ਸਮੱਸਿਆ ਸਪਸ਼ਟ ਹੈ ਕਿ ਸਾਡੇ ਕੋਲ ਇਸ ਇੰਟੀਗਰੈਂਡ ਵਿੱਚ ਹੈ x 0 ਦੇ ਨੇੜੇ ਆ ਰਿਹਾ ਹੈ। ਇਸ ਲਈ ਇੱਥੇ ਸਮੱਸਿਆ ਉਦੋਂ ਹੁੰਦੀ ਹੈ ਜਦੋਂ x 0 ਦੇ ਨੇੜੇ ਆਉਂਦਾ ਹੈ। ਇਹ ਕੋਈ ਅਨਬਾਊਂਡਡਨੈਸ ਨਹੀਂ ਬਣਾ ਰਿਹਾ ਹੈ ਕਿਉਂਕਿ x 0 ਦੇ ਨੇੜੇ ਆ ਰਿਹਾ ਹੈ। ਤਾਂ ਫਿਰ ਇਹ ਫੰਕਸ਼ਨ ਇੱਥੇ ਫੰਕਸ਼ਨ ਦਾ ਹਿੱਸਾ ਹੈ ਜੋ ਅਸਲ ਵਿੱਚ ਇੰਟੀਗਰੈਂਡ ਨੂੰ ਅਨਬਾਊਂਡਡ ਬਣਾ ਰਿਹਾ ਹੈ। ਇਸ ਲਈ ਇਸ ਫੰਕਸ਼ਨ ਦਾ ਬਿਹੇਵੀਅਰ x ਦੇ ਰੂਪ ਵਿੱਚ 0 ਦੇ ਨੇੜੇ ਪਹੁੰਚਦਾ ਹੈ ਇਸ x ਪਾਵਰ m-1 ਤੋਂ ਲਿਆ ਜਾਵੇਗਾ ਅਤੇ ਇਹੀ ਕਾਰਨ ਹੈ ਕਿ ਅਸੀਂ ਇੱਥੇ ਇਸ gx ਨੂੰ 1 ਵਜੋਂ ਚੁਣਿਆ ਹੈ। ਇੱਥੇ x ਫੰਕਸ਼ਨ ਦੇ ਉੱਤੇ x ਪਾਵਰ
1 ਮਾਈਨਸ m ਤੋਂ ਵੱਧ x ਪਾਵਰ m ਮਾਈਨਸ a x ਪਾਵਰ m ਮਾਈਨਸ 1 ਤੋਂ ਇਲਾਵਾ ਕੁਝ ਨਹੀਂ ਹੈ। ਇਸ ਲਈ ਅਸੀਂ ਇਹ ਜੀ ਲਿਆ ਹੈ ਅਤੇ ਹੁਣ ਅਸੀਂ ਅਨੁਪਾਤ ਲਵਾਂਗੇ ਤਾਂ ਜੋ ਇਸ ਨੂੰ ਅਨਬਾਊਂਡਡ ਬਣਾ ਰਿਹਾ ਹੈ ਉਹ ਕੈਂਸਲ ਹੋ ਜਾਵੇਗਾ ਅਤੇ ਸਾਨੂੰ ਉਸ ਕੇਸ ਵਿੱਚ ਕੁਝ ਫਾਈਨਾਈਟ ਲਿਮਿਟ ਮਿਲੇਗੀ। ਇਸ ਲਈ ਜੇ ਅਸੀਂ ਉਸ ਲਿਮਿਟ ਨੂੰ f(x) ਦੇ ਇਕੁਅਲ ਲੈਂਦੇ ਹਾਂ ਤਾਂ ਅਸੀਂ ਹੁਣ ਲਿਮਿਟ ਨੂੰ x ਦੇ 0 ਦੇ ਨੇੜੇ ਲੈ ਜਾ ਰਹੇ ਹਾਂ ਅਤੇ ਇਹ f(x) g(x) ਤੇ ਇਸ ਲਈ ਇਸ ਲਿਮਿਟ ਨੂੰ ਇੱਥੇ ਲੈਂਦੇ ਹੋਏ ਇਹ ਇਸ x ਪਾਵਰ 1 ਮਾਈਨਸ m ਅਤੇ x ਪਾਵਰ m ਮਾਈਨਸ 1 ਦੇ ਇਕੁਅਲ ਹੈ। ਇਹ f(x) ਫੰਕਸ਼ਨ ਹੈ। ਇਹ ਇਸ g x ਉੱਤੇ ਸਾਡਾ 1 ਹੈ, ਇਸ ਲਈ ਇਹ x ਪਾਵਰ 1 ਮਾਈਨਸ m ਉੱਥੇ ਮਲਟੀਪਲਾਈਡ ਕੀਤਾ ਜਾਏਗਾ ਅਤੇ ਜਦੋਂ ਲਿਮਿਟ ਲੈਂਦੇ ਹੋ ਤਾਂ ਇੱਥੇ ਇਹ ਕੈਂਸਲ ਹੋ ਜਾਂਦਾ ਹੈ ਅਤੇ ਜਦੋਂ ਲਿਮਿਟ x ਨੂੰ 0 ਦੇ ਨੇੜੇ ਲੈ ਜਾਂਦੀ ਹੈ ਤਾਂ ਅਸੀਂ ਇਸ ਨੂੰ 1 ਦੇ ਰੂਪ ਵਿੱਚ ਪ੍ਰਾਪਤ ਕਰਾਂਗੇ। ਤਾਂ ਇਹ ਲਿਮਿਟ ਇਸ f(x) ਦਾ gx ਵਿੱਚ ਅਨੁਪਾਤ 1 ਪ੍ਰਾਪਤ ਕਰ ਰਹੀ ਹੈ ਅਤੇ ਫਿਰ ਕੰਪੈਰੀਜ਼ਨ ਟੈਸਟ ਤੋਂ ਅਸੀਂ ਪਿਛਲੀਆਂ ਸਲਾਈਡਾਂ ਵਿੱਚ ਸਮੀਖਿਆ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਇਸ ਇੰਟੀਗਰਲ ਦਾ ਬਿਹੇਵੀਅਰ ਇਸ ਇੰਪਰੋਪਰ ਇੰਟੀਗਰਲ ਦਾ ਬਿਹੇਵੀਅਰ ਇਸ gx ਫੰਕਸ਼ਨ ਦੇ ਇੰਟੀਗਰਲ ਵਿਵਹਾਰ ਦੇ ਸਮਾਨ ਹੀ ਹੋਵੇਗਾ। ਇਸ ਲਈ ਸਾਡਾ gx ਫੰਕਸ਼ਨ ਦਾ ਇਹ ਇੰਟੀਗਰਲ ਕੀ ਹੈ? ਇਹ 0 ਤੋਂ c ਅਤੇ 1 ਤੇ x ਪਾਵਰ 1 ਮਾਈਨਸ m ਅਤੇ dx ਹੈ। ਇਹ ਉਹ ਟੈਸਟ ਇੰਟੀਗਰਲ ਹੈ ਜਿਸ ਦੀ ਅਸੀਂ ਚਰਚਾ ਕੀਤੀ ਹੈ ਅਤੇ ਇਹ ਇੰਟੀਗਰਲ ਕਨਵਰਜ ਹੁੰਦਾ ਹੈ ਜਦੋਂ ਇਹ 1 ਮਾਈਨਸ m 1 ਤੋਂ ਘੱਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ m 0 ਤੋਂ ਵੱਡਾ ਹੈ। ਇਸ ਲਈ ਇਹ ਇੰਟੀਗਰਲ ਕਨਵਰਜ ਹੁੰਦਾ ਹੈ ਜਦੋਂ m 0 ਤੋਂ ਵੱਡਾ ਹੁੰਦਾ ਹੈ। ਅਤੇ ਇੱਥੇ ਅਸੀਂ ਇਹ ਕਨਕਲੂਡ ਕੱਢਾਂਗੇ ਕਿ ਇਹ ਦੁਬਾਰਾ ਟੈਸਟ ਇੰਟੀਗਰਲ ਕਨਵਰਜ ਹੋ ਜਾਂਦਾ ਹੈ ਜਦੋਂ ਇਹ 1 ਮਾਈਨਸ m a ਪਾਵਰ ਇੱਥੇ 1 ਤੋਂ ਘੱਟ ਹੁੰਦੀ ਹੈ, ਮਤਲਬ ਕਿ ਇਹ m 0 ਤੋਂ ਵੱਡਾ ਹੁੰਦਾ ਹੈ। ਅਤੇ ਅਸੀਂ ਡਾਇਵਰਜੈਂਸ ਦੇ ਬਾਰੇ ਵੀ ਜਾਣਦੇ ਹਾਂ, ਇਸ ਲਈ ਇਹ ਇੰਟੀਗਰਲ ਡਾਇਵਰਜ ਉਦੋਂ ਹੁੰਦਾ ਹੈ ਜਦੋਂ ਇਹ 1 ਮਾਈਨਸ m 1 ਦੇ ਇਕੁਅਲ ਤੋਂ ਵੱਡਾ ਹੁੰਦਾ ਹੈ, ਭਾਵ ਇਹ m 1 ਦੇ ਇਕੁਅਲ ਤੋਂ ਘੱਟ ਹੁੰਦਾ ਹੈ। ਅਸੀਂ ਇੱਥੇ ਇਸ ਟੈਸਟ ਇੰਟੀਗਰਲ ਦੇ ਕਨਵਰਜੈਂਸ ਅਤੇ ਡਾਇਵਰਜਨਸ ਬਿਹੇਵੀਅਰ ਨੂੰ ਜਾਣਦੇ ਹਾਂ। ਇਸ ਲਈ ਇਹ ਇਸ ਟੈਸਟ ਇੰਟੀਗਰਲ ਅਤੇ ਟੈਸਟ ਇੰਟੀਗਰਲ ਦਾ ਬਿਹੇਵੀਅਰ ਸੀ ਅਤੇ ਦਿੱਤਾ ਗਿਆ ਇੰਟੀਗਰਲ ਸਮਾਨ ਹੈ ਕਿਉਂਕਿ ਇਸ ਲਈ ਕੰਪੈਰੀਜ਼ਨ ਟੈਸਟ ਦੇ ਅਨੁਸਾਰ ਇਹ ਅਨੁਪਾਤ ਕੋਨਸਟੈਂਟ ਹੋ ਰਿਹਾ ਹੈ। ਸਾਡਾ ਇੰਟੀਗਰਲ I ਵੀ 1 ਕਨਵਰਜ ਹੋਏਗਾ ਜਦੋਂ m 0 ਤੋਂ ਵੱਡਾ ਹੋਵੇਗਾ ਅਤੇ ਇਹ ਉਦੋਂ ਡਾਇਵਰਜ ਹੋ ਜਾਵੇਗਾ ਜਦੋਂ m 0 ਤੋਂ ਘੱਟ ਜਾਂ ਇਸ ਦੇ ਇਕੁਅਲ ਹੋਏਗਾ। ਇਸ ਲਈ ਦੋਵੇਂ ਕਨਕਲੂਜ਼ਨ ਹੁਣ ਇੱਥੇ ਇੰਟੀਗਰਲ I1 ਦੇ ਬਾਰੇ ਵਿੱਚ ਹਨ। ਇਸ ਲਈ ਜਦੋਂ ਸਾਡੇ ਕੋਲ ਇਹ m 0 ਤੋਂ ਵੱਡਾ ਹੈ ਅਤੇ ਅਸੀਂ ਇੱਕ ਕੇਸ ਬਾਰੇ ਚਰਚਾ ਕਰ ਰਹੇ ਹਾਂ ਜਦੋਂ m 1 ਤੋਂ ਘੱਟ ਹੈ, ਇਸ ਲਈ ਜੇ ਇਹ m 0 ਅਤੇ 1 ਦੇ ਵਿਚਕਾਰ ਹੈ, ਇੰਟੀਗਰਲ ਕਨਵਰਜ ਹੁੰਦਾ ਹੈ ਅਤੇ ਜਦੋਂ m 0 ਦੇ ਇਕੁਅਲ ਤੋਂ ਘੱਟ ਹੁੰਦਾ ਹੈ ਤਾਂ ਇਹ ਇੰਟੀਗਰਲ ਡਾਇਵਰਜ ਹੁੰਦਾ। ਹੁਣ ਦੂਜੀ ਇੰਟੀਗਰਲ ਤੇ ਆ ਰਹੇ ਹਾਂ ਕਿਉਂਕਿ ਅਸੀਂ ਮੂਲ ਇੰਟੀਗਰਲ ਨੂੰ ਦੋ ਭਾਗਾਂ into ਤੋੜ ਦਿੱਤਾ ਹੈ। ਇਸ ਲਈ ਇਹ ਦੂਜਾ ਇੰਟੀਗਰਲ c(2)(1) ਅਤੇ x ਪਾਵਰ n-1 ਮਾਈਨਸ x ਪਾਵਰ n-1 dx ਸੀ। ਅਤੇ ਫਿਰ ਇਸ ਕੇਸ ਵਿੱਚ ਅਸੀਂ ਇਸ ਇੰਟੀਗਰੈਂਡ ਨੂੰ ਇਸ f(x) ਫੰਕਸ਼ਨ ਵਜੋਂ ਲੈਂਦੇ ਹਾਂ ਅਤੇ ਹੁਣ ਇਸ ਕੇਸ ਵਿੱਚ ਯਾਦ ਰੱਖੋ, ਹੁਣ ਬਿਹੇਵੀਅਰ ਇਸ 1 x ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਕਿਉਂਕਿ x 1 ਦੇ ਨੇੜੇ ਆਉਂਦਾ ਹੈ ਕਿਉਂਕਿ ਇਹ n-1 ਨੈਗੇਟਿਵ ਹੁੰਦਾ ਹੈ ਅਤੇ ਇਸ ਫੰਕਸ਼ਨ ਦਾ ਇਹ ਹਿੱਸਾ ਇਸ ਇੰਟੀਗਰਲ ਡਾਇਵਰਜੈਂਟ ਨੂੰ ਅਨਬਾਊਂਡਡ ਬਣਾ ਰਿਹਾ ਹੈ। ਇਸ ਲਈ ਇਹ 1 x ਪਾਵਰ n-1 ਹੈ ਜਦੋਂ x 1 ਦੇ ਨੇੜੇ ਆ ਰਿਹਾ ਹੈ ਤਾਂ ਇਸ ਫੰਕਸ਼ਨ ਵਿੱਚ ਇੱਥੇ ਇਹ ਟਰਮ ਹੈ। ਇਸ ਅਨੁਸਾਰ ਅਸੀਂ ਦੁਬਾਰਾ ਆਪਣੀ gx ਦੀ ਚੋਣ ਕਰਾਂਗੇ ਤਾਂ ਸਾਡਾ gx ਇੱਥੇ 1 x ਪਾਵਰ n-1 ਜਾਂ 1 ਤੋਂ 1 x ਪਾਵਰ n-1 ਹੋਵੇਗਾ। ਇਸ ਲਈ ਹੁਣ ਇਸ g ਦੇ ਹੋਣ ਨਾਲ ਅਸੀਂ ਪਹਿਲਾਂ ਦੀ ਤਰ੍ਹਾਂ ਇਸ ਲਿਮਿਟ ਨੂੰ ਫਿਰ ਕੰਪਿਊਟ ਕਰਾਂਗੇ। ਇਸ ਲਈ ਇਸ ਲਿਮਿਟ ਨੂੰ ਕੰਪਿਊਟ ਕਰਾਂਗੇ x 1 ਤੱਕ ਪਹੁੰਚਦਾ ਅਤੇ ਫਿਰ ਇਹ f(x) gx ਤੇ ਤਾਂ ਫਿਰ ਇਹ ਲਿਮਿਟ f(x) ਉੱਤੇ gx ਬਿਲਕੁਲ ਇਹ ਹੈ। ਇਸ ਲਈ 1 x ਪਾਵਰ ਅਤੇ 1 ਨਿਊਮਰੇਟਰ ਤੇ ਜਾਵੇਗਾ ਅਤੇ ਇਹ f(x) ਇੱਥੇ ਹੈ, ਇਸ ਲਈ ਦੁਬਾਰਾ ਇਹ ਟਰਮ ਕੈਂਸਲ ਹੋ ਜਾਵੇਗੀ ਅਤੇ ਸਾਡੇ ਕੋਲ x ਪਾਵਰ m-1 ਹੈ। ਇਸ ਲਈ ਜਿਵੇਂ ਜਿਵੇਂ x ਦੁਬਾਰਾ 1 ਦੇ ਨੇੜੇ ਆ ਰਿਹਾ ਹੈ ਅਸੀਂ ਸਿਮਿਲਰ ਨਤੀਜਾ ਪ੍ਰਾਪਤ ਕਰ ਰਹੇ ਹਾਂ ਜੋ ਪਹਿਲਾਂ 1 ਸੀ। ਇਸ ਲਈ ਇਹ ਲਿਮਿਟ ਦੁਬਾਰਾ 1 ਹੈ ਅਤੇ ਹੁਣ ਇਸ ਇੰਟੀਗਰਲ ਦੇ ਬਿਹੇਵੀਅਰ ਦੇ ਨਾਲ-ਨਾਲ ਅਸੀਂ ਇਸ ਇੰਪਰੋਪਰ ਇੰਟੀਗਰਲ ਦੇ ਬਿਹੇਵੀਅਰ ਤੋਂ ਕਨਕਲੂਡ ਕਰ ਸਕਦੇ ਹਾਂ ਇਹ ਟੈਸਟ ਇੰਟੀਗਰਲ ਹੈ। ਤਾਂ ਫਿਰ ਇਹ ਇੱਥੇ ਸਾਡਾ ਟੈਸਟ ਇੰਟੀਗਰਲ ਸੀ 1 ਤੋਂ 1 x
ਪਾਵਰ 1 ਮਾਈਨਸ n dx ਸੀ ਅਤੇ ਇਹ ਉਦੋਂ ਕਨਵਰਜ ਹੁੰਦਾ ਹੈ ਜਦੋਂ 1 ਮਾਈਨਸ n ਇਹ ਪਾਵਰ 1 ਤੋਂ ਘੱਟ ਹੋਵੇ। ਇਸ ਦਾ ਮਤਲਬ ਹੈ ਕਿ n ਵੱਡਾ ਹੈ 1 ਤੋਂ ਅਤੇ ਫਿਰ 0 ਤੋਂ। ਅਤੇ ਇਹ ਡਾਇਵਰਜ ਉਦੋਂ ਹੁੰਦਾ ਜਦੋਂ 1 ਦਾ ਮਤਲਬ n 1 ਤੋਂ ਵੱਡਾ ਹੁੰਦਾ ਹੈ। ਇੱਥੇ ਇਸ ਦਾ ਮਤਲਬ ਕਿ n 0 ਦੇ ਇਕੁਅਲ ਤੋਂ ਘੱਟ ਹੈ। ਇੰਟੀਗਰਲ ਦੇ ਇਸ ਪਾਰਟ ਦਾ ਵੀ ਇਹ ਬਿਹੇਵੀਅਰ ਹੁੰਦਾ ਹੈ ਕਿ ਜਦੋਂ n 0 ਦੇ ਵਿਚਕਾਰ ਹੁੰਦਾ ਹੈ ਅਤੇ ਇੱਕ ਇੰਟੀਗਰਲ ਕਨਵਰਜ ਹੁੰਦਾ ਹੈ ਅਤੇ ਜਦੋਂ n 1 ਦੇ ਇਕੁਅਲ ਤੋਂ ਘੱਟ ਹੁੰਦਾ ਹੈ ਤਾਂ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ। ਸਾਡੇ ਕੋਲ ਦੂਜੇ ਲਈ ਵੀ ਸਿਮਿਲਰ ਨਤੀਜੇ ਸਨ ਪਰ m ਤੇ ਇਹ ਕੰਡੀਸ਼ਨ ਸੀ। ਤਾਂ ਫਿਰ ਇਹਨਾਂ ਦੋਨਾਂ ਨੂੰ ਮਿਲਾ ਕੇ ਜੋ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਹੈ ਸਾਡਾ ਬੀਟਾ ਫੰਕਸ਼ਨ ਜੋ ਕਿ 0 ਤੋਂ 1 x ਪਾਵਰ m-1 ਅਤੇ 1 ਮਾਈਨਸ x ਪਾਵਰ n-1 ਸੀ ਅਤੇ ਇਸ ਨੂੰ 2 ਭਾਗਾਂ ਇਨਟੂ ਲਿਆ ਗਿਆ ਸੀ। ਅਤੇ ਅਸੀਂ ਕਨਵਰਜੈਂਸ ਲਈ ਵੱਖਰੇ ਤੌਰ ਤੇ ਚਰਚਾ ਕੀਤੀ ਹੈ ਤਾਂ ਜੋ ਇਹ ਇੰਟੀਗਰਲ ਕਨਵਰਜ ਹੋ ਜਾਣ ਜਦੋਂ m ਅਤੇ n 0 ਤੋਂ ਵੱਧ ਪੋਜ਼ਿਟਿਵ ਹੁੰਦੇ ਹਨ। ਅਤੇ ਕੋਈ ਵੀ ਵੈਲਿਊ ਉਹ ਲੈ ਸਕਦੇ ਹਨ ਕਿਉਂਕਿ ਅਸੀਂ ਪਹਿਲਾਂ ਹੀ ਕਨਵਰਜੈਂਸ ਦੇ ਬਾਰੇ ਚਰਚਾ ਕਰ ਚੁੱਕੇ। ਅਤੇ ਡਾਇਵਰਜੈਂਸ ਲਈ ਜੇ m ਅਤੇ n ਦੋਵੇਂ 0 ਦੇ ਇਕੁਅਲ ਜਾਂ ਘੱਟ ਹਨ ਤਾਂ ਉਸ ਕੇਸ ਵਿੱਚ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ। ਇਸ ਲਈ ਜਦੋਂ ਵੀ ਅਸੀਂ ਇਹ ਬੀਟਾ ਫੰਕਸ਼ਨ ਲਵਾਂਗੇ ਅਸੀਂ ਇਸ ਨੂੰ m ਅਤੇ n ਅਤੇ 0 ਤੋਂ ਵੱਧ ਮੰਨ ਲਵਾਂਗੇ ਕਿਉਂਕਿ ਇੰਟੀਗਰਲ ਡਾਇਵਰਜ ਹੁੰਦਾ ਹੈ ਜਦੋਂ ਇਹ ਦੋ m n 0 ਦੇ ਇਕੁਅਲ ਜਾਂ ਘੱਟ ਹੁੰਦੇ ਹਨ। ਹੁਣ ਅਸੀਂ ਗਾਮਾ ਫੰਕਸ਼ਨ ਦੇ ਕਨਵਰਜੈਂਸ ਬਾਰੇ ਚਰਚਾ ਕਰਾਂਗੇ ਜੋ ਕਿ ਹੁਣ 0 ਤੋਂ ਇਨਫਿਨਿਟੀ ਹੈ। ਤਾਂ ਫਿਰ ਇਹ ਇੱਕ ਮਿਸ਼ਰਤ ਟਾਈਪ ਦੀ ਇੰਟੀਗਰਲ e⁻x ਅਤੇ x ਪਾਵਰ n-1 dx ਹੈ ਅਤੇ ਇੱਥੇ ਅਸੀਂ ਇਹ ਕਨਕਲੂਡ ਕਰਾਂਗੇ ਕਿ ਇਹ ਉਦੋਂ ਐਗਜ਼ਿਸਟ ਹੁੰਦਾ ਹੈ ਜਦੋਂ n ਵਿਸ਼ੁੱਧ ਰੂਪ ਨਾਲ 0 ਤੋਂ ਵੱਡਾ ਹੁੰਦਾ ਹੈ। ਇਸ ਲਈ ਅਸੀਂ ਇਸ ਕੇਸ ਤੇ ਕੰਸੀਡਰ ਕਰਦੇ ਹਾਂ ਕਿ n 1 ਦੇ ਇਕੁਅਲ ਤੋਂ ਵੱਡਾ ਹੈ ਅਤੇ ਇਸ ਕੇਸ ਵਿੱਚ ਇੰਟੀਗਰੈਂਡ ਬਾਉਂਡਡ ਹੈ। ਇਸ ਲਈ ਅਸੀਂ ਦੁਬਾਰਾ 2 ਭਾਗਾਂ ਇਨਟੂ ਲਵਾਂਗੇ। ਇਹ ਇੰਟੀਗਰਲ 1 0 ਤੋਂ a ਅਤੇ ਫਿਰ ਦੂਜਾ a ਤੋਂ ਇਨਫਿਨਿਟੀ ਹੈ। ਇਸ ਲਈ ਜਦੋਂ ਅਸੀਂ ਫਸਟ ਇੰਟੀਗਰਲ ਤੋਂ 0 ਲੈਂਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਇਹ 0 ਤੇ ਇਨਫਿਨਿਟੀ ਤੱਕ e⁻x ਅਤੇ x ਪਾਵਰ n-1 dx ਅਸੀਂ ਦੁਬਾਰਾ 0 ਤੋਂ a ਅਤੇ e⁻x x ਪਾਵਰ n-1 dx ਅਤੇ ਇਹ ਪਲਸ ਇੱਥੇ a ਤੋਂ ਇਨਫਿਨਿਟੀ e-x ਅਤੇ x n-1 ਅਤੇ dx। ਇਸ ਲਈ ਇਹ ਪਾਰਟ ਜਦੋਂ n 0 ਦੇ ਇਕੁਅਲ ਜਾਂ ਵੱਡਾ ਹੁੰਦਾ ਹੈ ਤਾਂ n 0 ਦੇ ਇਕੁਅਲ ਜਾਂ ਵੱਡਾ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇੱਥੇ ਕੋਈ ਸਿੰਗੂਲੈਰਿਟੀ ਨਹੀਂ ਹੈ। ਇਸ ਪਾਰਟ ਦੇ ਕਾਰਨ ਇੱਥੇ ਕੋਈ ਅਨਬਾਊਂਡਡਨੈਸ ਨਹੀਂ ਹੈ ਅਤੇ ਇਹ ਇੱਥੇ e⁻x ਠੀਕ ਹੈ। ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਇੰਟੀਗਰੈਂਡ ਹੁਣ 0 ਵਿੱਚ ਬਾਉਂਡਡ ਹੈ ਜੋ ਵੀ ਅਸੀਂ ਇੱਥੇ ਚੁਣਦੇ ਹਾਂ। ਅਤੇ ਦੂਜਾ ਪਾਰਟ ਇਸ ਲਈ ਅਸੀਂ ਇਸ ਦੂਜੇ ਇੰਟੀਗਰਲ ਦੇ ਕਨਵਰਜੈਂਸ ਦੀ ਜਾਂਚ ਕਰਾਂਗੇ ਜੋ ਕਿ ਇਨਫਿਨਿਟੀ e⁻x x ਪਾਵਰ ਅਤੇ m-1 ਹੈ ਕਿਉਂਕਿ ਇੱਥੇ ਸਾਡੇ ਕੋਲ ਹੁਣ ਇਹ ਇਨਫਿਨਿਟੀ ਸਮੱਸਿਆ ਹੈ। ਇਸ ਕੇਸ ਵਿੱਚ ਵੀ ਜਦੋਂ n 1 ਤੋਂ ਵੱਧ ਹੁੰਦਾ ਹੈ ਇਸ ਲਈ ਅਸੀਂ ਕੇਸ n ਨੂੰ 1 ਤੋਂ ਵੱਡਾ ਮੰਨ ਰਹੇ ਹਾਂ। ਅਤੇ ਇਸ ਇਨਫਿਨਿਟੀ ਦੇ ਕਾਰਨ ਹੁਣ ਸਾਡੇ ਕੋਲ ਟਾਈਪ 1 ਦਾ ਇੰਪ੍ਰੋਪਰ ਇੰਟੀਗਰਲ ਹੈ ਅਤੇ ਅਸੀਂ ਕਨਵਰਜੈਂਸ ਦੇ ਵਿੱਚੋਂ ਲੰਘਾਂਗੇ। ਇਸ ਲਈ ਇਹ ਸਾਡਾ ਇੰਟੀਗਰੈਂਡ f(x) e⁻x ਪਾਵਰ n-1 ਹੈ ਅਤੇ ਇਸ ਦੇ ਆਧਾਰ ਤੇ ਇਸ ਫੰਕਸ਼ਨ ਦਾ ਬਿਹੇਵੀਅਰ ਹੈ ਜੋ ਕਿ x ਇਨਫਿਨਿਟੀ ਦੇ ਨੇੜੇ ਆਉਂਦਾ ਹੈ। ਇਸ x ਦੇ ਕਾਰਨ ਇੱਥੇ ਅਸੀਂ ਇਸ gx ਨੂੰ ਕੰਸੀਡਰ ਕਰਾਂਗੇ ਜਾਂ ਆਓ ਇਸ gx ਨੂੰ x ਸਕੁਏਅਰ ਦੇ ਉੱਤੇ ਕੰਸੀਡਰ ਕਰੀਏ ਜਾਂ ਕੁਝ ਵੀ x ਪਾਵਰ p ਤੇ 0 ਤੋਂ ਜ਼ਿਆਦਾ ਹੈ। ਅਸੀਂ ਜਾਂ ਤਾਂ 1 ਤੋਂ ਵੱਧ x ਸਕੁਏਅਰ ਦੇ 1 ਤੋਂ ਵੱਧ x ਪਾਵਰ p ਲੈ ਸਕਦੇ ਹਾਂ ਜਦੋਂ p 1 ਤੋਂ ਵੱਡਾ ਹੈ ਤਾਂ ਇਸ ਦਾ ਕੀ ਕਾਰਨ ਹੁੰਦਾ ਹੈ। ਇਸ ਲਈ ਜੇ ਅਸੀਂ ਇੱਥੇ ਇਸ ਲਿਮਿਟਸ ਨੂੰ fs ਤੇ gx ਦੇ ਰੂਪ ਵਿੱਚ ਲੈਂਦੇ ਹਾਂ ਕਿਉਂਕਿ x ਇਨਫਿਨਿਟੀ ਦੇ ਨੇੜੇ ਆਉਂਦਾ ਹੈ ਤਾਂ ਫਿਰ ਸਾਨੂੰ ਇੱਥੇ ਕੀ ਮਿਲੇਗਾ। ਮੰਨ ਲਓ ਕਿ ਸਾਡੇ ਕੋਲ x ਪਾਵਰ ਹੈ ਅਸੀਂ ਇਸ x ਸਕੁਏਅਰ ਨੂੰ ਲਿਆ ਹੈ ਤਾਂ ਇਸ x ਸਕੁਏਅਰ ਨੂੰ x ਪਾਵਰ n-1 ਨਾਲ ਮਲਟੀਪਲਾਈਡ ਕੀਤਾ ਜਾਵੇਗਾ। ਸਾਡੇ ਕੋਲ x ਪਾਵਰ n+1 ਹੈ ਅਤੇ ਸਾਡੇ ਕੋਲ e ਪਾਵਰ x ਕਾਰਨ ਹੈ ਕਿ ਅਸੀਂ ਇੱਥੇ x ਪਾਵਰ p ਲੈਂਦੇ ਹਾਂ ਤਾਂ ਇਸ ਕੇਸ ਵਿੱਚ ਇਹ n-1 ਪਲੱਸ p ਹੋਵੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ n 1 ਦੇ ਇਕੁਅਲ ਜਾਂ ਵੱਡਾ ਹੈ। ਇਸ ਲਈ ਇੱਥੇ ਸਾਡੇ ਕੋਲ ਉਸ ਕੇਸ ਵਿੱਚ ਕੁਝ x ਪਾਵਰ ਪੋਜ਼ਿਟਿਵ ਵੀ ਹਨ। ਹੁਣ ਇਸ ਲਿਮਿਟ ਨੂੰ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਇਹਨਾਂ ਐਕਸਪੋਨੈਂਸ਼ੀਅਲ ਫੰਕਸ਼ਨ ਦਾ ਬਿਹੇਵੀਅਰ ਇੱਕ ਫਾਸਟ ਗਰੋਇੰਗ ਫੰਕਸ਼ਨ ਹੈ ਤਾਂ x ਪਾਵਰ ਜੋ ਵੀ ਪੋਜ਼ਿਟਿਵ ਪਾਵਰ ਸਾਡੇ ਕੋਲ ਹੈ। ਇਸ ਲਈ ਇੱਥੇ ਇਹ ਲਿਮਿਟ ਹੈ ਕਿਉਂਕਿ e ਪਾਵਰ x ਇਸ ਤੋਂ x ਤੋਂ ਇਨਫਿਨਿਟੀ ਤੱਕ ਤੇਜ਼ੀ ਨਾਲ ਵਧੇਗੀ। ਇਸ ਲਈ ਇਹ ਲਿਮਿਟ 0
ਹੋਣ ਜਾ ਰਹੀ ਹੈ। ਸਾਡੇ ਕੋਲ ਜੋ ਵੀ ਪੋਜ਼ਿਟਿਵ ਪਾਵਰ ਹੈ, ਇਸ ਦੀ ਉਦਾਹਰਨ ਦੇ ਤੌਰ ਤੇ ਜੇ ਅਸੀਂ x ਪਾਵਰ p ਲੈਂਦੇ ਹਾਂ, ਤਾਂ ਇਹ ਲਿਮਿਟ x ਪਾਵਰ x ਇਨਫਿਨਿਟੀ ਅਤੇ x ਪਾਵਰ n-1 ਹੋ ਜਾਏਗੀ ਤਾਂ n-1 ਅਤੇ ਫਿਰ ਪਲੱਸ p ਆਵੇਗੀ। ਤਾਂ ਫਿਰ n 1 ਤੋਂ ਵੱਡਾ ਹੈ ਤਾਂ ਫਿਰ n 1 ਤੋਂ ਵੱਡਾ ਹੈ, ਇਸ ਲਈ ਸਾਡੇ ਕੋਲ ਇੱਥੇ ਜਾਂ 1 ਦੇ ਇਕੁਅਲ ਤੋਂ ਵੱਧ ਹੈ, ਇਸ ਲਈ ਇਹ 0 ਦੇ ਇਕੁਅਲ ਜਾਂ ਵੱਡਾ ਹੈ। ਅਤੇ ਇੱਥੇ ਸਾਡੇ ਕੋਲ 1 ਤੋਂ ਵੱਧ p ਹੈ, ਇਸ ਲਈ ਇਸ ਕੇਸ ਵਿੱਚ ਵੀ ਸਾਡੇ ਕੋਲ ਇਹ ਪਾਵਰ 1 ਤੋਂ ਵੱਧ ਹੈ, ਇਸ ਲਈ ਇੱਥੇ ਇਹ x ਪਾਵਰ ਕਿਸੇ ਵੀ ਕੇਸ ਵਿੱਚ 1 ਤੋਂ ਵੱਧ ਹੈ। ਅਤੇ ਅਜਿਹਾ ਹੀ ਪਰਿਦ੍ਰਿਸ਼ ਹੋਏਗਾ ਕਿ ਜਦੋਂ ਅਸੀਂ ਲਿਮਿਟ x ਨੂੰ ਇਨਫਿਨਿਟੀ ਵੱਲ ਲੈ ਜਾਂਦੇ ਹਾਂ ਤਾਂ ਲਿਮਿਟ 0 ਹੋ ਜਾਵੇਗੀ। ਅਤੇ ਹੁਣ ਸਾਡੇ ਕੋਲ ਕੰਪੈਰੀਜ਼ਨ ਟੈਸਟ ਹੈ। ਜਦੋਂ ਇਹ x ਫਿਰ ਲਿਮਿਟ 0 ਹੋ ਰਹੀ ਹੈ, ਇਸ ਦਾ ਮਤਲਬ ਹੈ ਕਿ ਇਹ g ਇਸ f(x) ਫੰਕਸ਼ਨ ਨਾਲੋਂ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਹ ਸਾਡਾ g ਇੱਥੇ x² ਦੇ ਉੱਪਰ 1 ਹੈ, ਇਸ ਲਈ ਜੇ ਇਹ g ਇੰਟੀਗਰਲ g ਕਨਵਰਜ ਹੁੰਦਾ ਹੈ ਤਾਂ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ f ਵੀ ਕਨਵਰਜ ਹੋਏਗਾ ਕਿਉਂਕਿ ਇਸ ਅਨੁਪਾਤ ਤੋਂ ਜੇ ਅਸੀਂ ਇਹ 0 ਪ੍ਰਾਪਤ ਕਰ ਰਹੇ ਹਾਂ ਅਤੇ ਕੰਪੈਰੀਜ਼ਨ ਟੈਸਟ ਵਿੱਚ ਇਹ 1 ਸੀ, ਜੇ ਇਸ g ਦਾ ਅਰਥ ਇੱਥੇ ਇਹ ਹੈ ਕਿ g ਗਰੋਇੰਗ ਫਾਸਟਰ ਜਾਂ ਇੱਥੇ ਤੇਜ਼ੀ ਨਾਲ ਅਨਬਾਊਂਡਡ ਹੋ ਰਿਹਾ ਹੈ ਜਦੋਂ x ਫੰਕਸ਼ਨ ਨਾਲੋਂ ਤੇਜ਼ੀ ਨਾਲ ਵਧਦੇ ਹੋਏ ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਅਤੇ ਜੇ ਇਸ g ਦਾ ਇੰਟੀਗਰਲ ਕਨਵਰਜ ਹੋ ਜਾਂਦਾ ਹੈ ਤਾਂ ਕੁਦਰਤੀ ਤੌਰ ਤੇ ਇਸ f ਦਾ ਇੰਟੀਗਰਲ ਵੀ ਕਨਵਰਜ ਹੋ ਜਾਵੇਗਾ। ਤਾਂ ਇੱਥੇ ਗਾਮਾ n 1 ਦੇ ਇਕੁਅਲ ਜਾਂ ਵੱਧ n ਲਈ ਕਨਵਰਜ ਕਰਦਾ ਹੈ, ਕਿਉਂਕਿ ਇਹ g ਓਵਰ ਇੰਟੀਗਰਲ ਹੈ ਇਹ ਤੋਂ ਇਸ x ਪਾਵਰ p ਜਾਂ x² ਦੀ ਇਨਫਿਨਿਟੀ ਦਾ ਇੰਟੀਗਰਲ। ਇਹ ਕਨਵਰਜ ਹੁੰਦਾ ਹੈ ਜਦੋਂ p 1 ਤੋਂ ਵੱਡਾ ਹੁੰਦਾ ਹੈ, ਇਸ ਲਈ ਅਸੀਂ ਇਸ g ਨੂੰ ਲੈ ਕੇ ਵੇਖਿਆ ਹੈ ਕਿ ਇੱਥੇ ਇਹ ਅਨੁਪਾਤ 0 ਹੈ ਅਤੇ ਫਿਰ ਜੇ ਇਹ g ਕਨਵਰਜ ਕਰਦਾ ਹੈ, ਫਿਰ f ਤੇ ਇੰਟੀਗਰਲ ਵੀ ਕਨਵਰਜ ਹੋ ਜਾਵੇਗਾ, ਜਿਸ ਦਾ ਮਤਲਬ ਹੈ ਕਿ ਇੰਟੀਗਰਲ ਜਾਂ ਗਾਮਾ n ਕਨਵਰਜ ਹੋ ਜਾਣਗੇ, ਇਸ ਲਈ ਇੱਥੇ ਗਾਮਾ n 1 ਦੇ ਇਕੁਅਲ ਜਾਂ ਵੱਧ n ਲਈ ਕਨਵਰਜ ਹੈ ਕਿਉਂਕਿ ਇਹ ਗਾਮਾ n ਸਾਡੇ ਕੋਲ ਦੋ ਇੰਟੀਗਰਲ ਇੱਕ 0 ਤੋਂ a ਸੀ ਜੋ ਕਿਸੇ ਵੀ ਆਰਬਿਟਰੇਰੀ a ਅਤੇ ਦੂਜਾ 1 ਲਈ ਕਨਵਰਜ ਹੋ ਜਾਂਦੇ ਹਨ, ਅਤੇ ਅਸੀਂ ਹੁਣੇ ਟੈਸਟ ਕੀਤਾ ਹੈ ਕਿ ਇਹ ਇੰਟੀਗਰਲ ਵੀ ਕਨਵਰਜ ਹੋ ਜਾਣਗੇ। ਜਦੋਂ ਵੀ ਸਾਡੇ ਕੋਲ ਇਹ n 1 ਦੇ ਇਕੁਅਲ ਜਾਂ ਵੱਡਾ ਹੁੰਦਾ ਹੈ ਤਾਂ ਕਿਸੇ ਵੀ ਕੇਸ ਵਿੱਚ ਸਾਨੂੰ ਇਹ ਕਨਵਰਜੈਂਸ n ਦੇ ਇਕੁਅਲ ਮਿਲੇਗਾ। ਹੁਣ ਅਸੀਂ ਦੂਜਾ ਕੇਸ ਕੰਸੀਡਰ ਕਰਾਂਗੇ ਜੋ ਕਿ 0 ਤੋਂ 1 ਹੈ। ਜਦੋਂ n 0 ਅਤੇ 1 ਦੇ ਵਿਚਕਾਰ ਹੁੰਦਾ ਹੈ, ਇਸ ਲਈ ਇਸ ਕੇਸ ਵਿੱਚ ਸਾਡੇ ਕੋਲ ਇਹ ਇੰਟੀਗਰਲ ਹੈ, ਇਸ ਲਈ ਫਿਰ ਅਸੀਂ 0 ਤੋਂ a ਅਤੇ a ਤੋਂ ਇਨਫਿਨਿਟੀ ਤੱਕ ਲੈ ਗਏ ਹਾਂ। ਇਸ ਲਈ ਪਹਿਲਾਂ ਦੇ ਅਧਿਐਨ ਦੇ ਆਧਾਰ ਤੇ ਦੁਬਾਰਾ ਇਹ ਉਹੀ ਕਾਰਨ ਕਨਵਰਜ ਕਰਦਾ ਹੈ ਜਿਸ ਦੀ ਅਸੀਂ ਉਸੇ ਦਲੀਲ ਦੀ ਵਰਤੋਂ ਕੀਤੀ ਹੈ ਜੋ ਅਸੀਂ ਇੱਥੇ ਵਰਤੀ ਹੈ। ਅਸੀਂ ਇਸ ਫੰਕਸ਼ਨ ਦੀ ਚੋਣ ਕਰਾਂਗੇ ਅਤੇ ਦੁਬਾਰਾ ਇੱਥੇ ਜਦੋਂ n 0 ਅਤੇ 1 ਦੇ ਵਿਚਕਾਰ ਹੈ ਤਾਂ ਉਹੀ ਲਿਮਿਟ ਸਾਨੂੰ 0 ਮਿਲੇਗੀ, ਅਤੇ ਕਿਉਂਕਿ ਇਹ ਇੰਟੀਗਰਲ g ਕਨਵਰਜ ਦੂਜੇ ਨੂੰ ਵੀ ਕਨਵਰਜ ਕਰ ਦੇਵੇਗਾ, ਇਸ ਲਈ ਉਸ ਕੇਸ ਵਿੱਚ ਦੂਜਾ ਇੰਟੀਗਰਲ ਕਨਵਰਜ ਹੁੰਦਾ ਹੈ। ਅਤੇ ਹੁਣ ਅਸੀਂ ਦੂਜੇ ਇੰਟੀਗਰਲ ਦੀ ਜਾਂਚ ਕਰਾਂਗੇ ਕਿਉਂਕਿ ਜਦੋਂ n 0 ਅਤੇ 1 ਦੇ ਵਿਚਕਾਰ ਹੁੰਦਾ ਹੈ ਤਾਂ ਸਾਡੇ ਕੋਲ ਇਹ x ਪਾਵਰ ਨੈਗੇਟਿਵ ਹੁੰਦੀ ਹੈ, ਇਸ ਲਈ ਜਦੋਂ x 0 ਦੇ ਨੇੜੇ ਆਉਂਦਾ ਹੈ ਤਾਂ ਸਾਨੂੰ ਅਨਬਾਊਂਡਡ ਫੰਕਸ਼ਨ ਮਿਲਦਾ ਹੈ, ਮਤਲਬ ਇਹ ਟਾਈਪ 2 ਇੰਪ੍ਰੋਪਰ ਇੰਟੀਗਰਲ ਹੈ। ਤਾਂ ਇਸ ਦੇ ਕਨਵਰਜੈਂਸ ਤੇ ਕੰਸੀਡਰ ਕਰੋ, ਅਸੀਂ ਇਸ ਨੂੰ f(x) ਇੰਟੀਗਰੈਂਡ ਲੈਂਦੇ ਹਾਂ f(x) ਇੱਕੋ ਪ੍ਰਕਿਰਿਆ ਅਤੇ g ਕਿਉਂਕਿ ਇਹ ਫੰਕਸ਼ਨ ਇਸ x ਪਾਵਰ n-1 ਦੇ ਕਾਰਨ ਅਨਬਾਊਂਡਡ ਹੋ ਰਿਹਾ ਹੈ, ਇਸ ਲਈ ਅਸੀਂ ਇਸ g ਨੂੰ ਬਿਲਕੁਲ x ਪਾਵਰ n-1 ਲਵਾਂਗੇ। ਅਤੇ ਜੇ ਅਸੀਂ ਇਸ ਲਿਮਿਟ ਨੂੰ x ਦੇ ਰੂਪ ਵਿੱਚ a ਲੈਂਦੇ ਹਾਂ ਜਦੋਂ x 0 ਦੇ ਨੇੜੇ ਆ ਰਿਹਾ ਹੈ, ਅਸਲ ਵਿੱਚ a ਦੇ ਨਹੀਂ, ਕਿਉਂਕਿ ਇੱਥੇ ਸਮੱਸਿਆ ਇਹ ਹੈ ਕਿ ਜਦੋਂ 0 ਦੇ ਨੇੜੇ ਆ ਰਿਹਾ ਹੈ ਤਾਂ e ਦੀ ਪਾਵਰ 0 ਹੈ। ਜਦੋਂ x 0 ਦੇ ਨੇੜੇ ਆ ਰਿਹਾ ਹੈ ਤਾਂ x 0 ਦੇ ਨੇੜੇ ਜਾਵੇਗਾ, ਕਿਉਂਕਿ ਜਦੋਂ x 0 ਦੇ ਨੇੜੇ ਆ ਰਿਹਾ ਹੈ ਤਾਂ ਇੰਟੀਗਰੈਂਡ ਅਨਬਾਊਂਡਡ ਹੁੰਦਾ ਜਾ ਰਿਹਾ ਹੈ, ਇਸ ਲਈ ਜਦੋਂ ਅਸੀਂ x ਨੂੰ 0 ਦੇ ਨੇੜੇ ਲੈ ਜਾਂਦੇ ਤਾਂ e ਪਾਵਰ 0 ਹੈ ਅਤੇ ਇਹ 1 ਬਣ ਜਾਵੇਗਾ ਜੋ 0 ਦੇ ਇਕੁਅਲ ਨਹੀਂ ਹੈ। ਤਾਂ ਇੱਥੇ ਇਹ 1 ਹੈ, ਇਹ ਲਿਮਿਟ 1 ਹੋਣ ਜਾ ਰਹੀ ਹੈ ਅਤੇ ਜੋ ਕਿ 0 ਦੇ ਇਕੁਅਲ ਨਹੀਂ ਹੈ, ਇਸ ਲਈ ਇੱਥੇ ਇਸ ਫੰਕਸ਼ਨ ਦਾ ਬਿਹੇਵੀਅਰ ਇਸ ਫੰਕਸ਼ਨ ਦੇ ਬਿਹੇਵੀਅਰ ਦੇ ਸਮਾਨ ਹੋਵੇਗਾ। ਇਸ ਲਈ ਹੁਣ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਇਹ ਫੰਕਸ਼ਨ ਇੱਥੇ 1 ਤੋਂ 1 n ਹੈ, ਇਸ ਲਈ ਇਸ g 0 ਤੇ 1 ਦਾ ਇੰਟੀਗਰਲ ਹੈ, ਅਤੇ ਜਦੋਂ ਵੀ ਇਹ n 0 ਅਤੇ 1 ਦੇ ਵਿਚਕਾਰ ਹੁੰਦਾ ਹੈ ਤਾਂ ਇਹ ਕਨਵਰਜ ਹੁੰਦਾ ਹੈ।
ਇਹ ਇੰਟੀਗਰਲ ਕਨਵਰਜ ਹੁੰਦਾ ਹੈ। ਅਸੀਂ ਇਸ ਟੈਸਿਟ ਇੰਟੀਗਰਲ ਜਾਣਦੇ ਹਾਂ ਅਤੇ ਇਸ ਦੇ ਆਧਾਰ ਤੇ ਅਸੀਂ ਇਹ ਕਨਕਲੂਡ ਕੱਢ ਸਕਦੇ ਹਾਂ ਕਿ ਸਾਡਾ ਗਾਮਾ ਇੰਟੀਗਰਲ ਵੀ ਕਨਵਰਜ ਹੋ ਜਾਣਗੇ ਕਿਉਂਕਿ ਉਹ ਇਸ ਇੰਟੀਗਰਲ ਵਾਂਗ ਹੀ ਬਿਹੇਵ ਕਰਨਗੇ। ਜੇ ਇਹ ਇੰਟੀਗਰਲ ਕਨਵਰਜ ਹੁੰਦਾ ਹੈ ਤਾਂ ਦੂਸਰਾ ਵੀ ਕਨਵਰਜ ਹੋ ਜਾਂਦਾ ਹੈ। ਜੇ ਇਹ ਡਾਇਵਰਜ ਹੋ ਜਾਂਦਾ ਹੈ ਤਾਂ ਦੂਜਾ ਵੀ ਡਾਇਵਰਜ ਹੋ ਜਾਵੇਗਾ ਕਿਉਂਕਿ ਇਸ ਲਿਮਿਟ ਇੱਥੇ 1 ਹੈ। ਇਸ ਲਈ ਇਸ ਕੇਸ ਵਿੱਚ ਇਹ ਇੰਟੀਗਰਲ ਫਿਰ ਕਨਵਰਜ ਹੁੰਦਾ ਹੈ ਜਦੋਂ ਇਹ n 0 ਅਤੇ 1 ਦੇ ਵਿਚਕਾਰ ਹੁੰਦਾ ਹੈ। ਹੁਣ ਤੀਜਾ ਕੇਸ ਬਾਰੇ ਅਸੀਂ ਚਰਚਾ ਕਰਾਂਗੇ ਜਦੋਂ n 1 ਦੇ ਇਕੁਅਲ ਤੋਂ ਘੱਟ ਹੈ। ਤਾਂ ਫਿਰ n 0 ਦੇ ਇਕੁਅਲ ਜਾਂ ਘੱਟ ਹੈ। ਇਸ ਲਈ ਇਹ ਕੇਸ ਬਚਿਆ ਕੇਸ 3 ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਇਸ 0 ਨੂੰ ਇਨਫਿਨਿਟੀ ਪਾਵਰ ਮਾਈਨਸ x ਪਾਵਰ n ਮਾਈਨਸ 1 dx ਤੇ ਲੈ ਸਕਦੇ ਹਾਂ। ਅਤੇ ਸਾਡੇ ਕੋਲ ਇਹ 0 ਤੋਂ a ਤੱਕ ਹੈ ਅਤੇ a ਤੋਂ ਇਨਫਿਨਿਟੀ e ਦੇ n ਵੱਖਰੇ ਤੌਰ ਤੇ ਕਨਵਰਜੈਂਸ ਦੀ ਚਰਚਾ ਕਰੇਗਾ। ਇਹ ਇੰਟੀਗਰਲ ਕਨਵਰਜ ਹੈ ਜੋ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ ਜਦੋਂ ਸਾਡੇ ਕੋਲ a ਤੋਂ ਇਨਫਿਨਿਟੀ ਸੀ। ਕਿਉਂਕਿ ਇਸ ਨੂੰ ਅਸੀਂ ਹੁਣ ਇੱਕ f(x) ਪਾਵਰ ਮਾਈਨਸ x ਪਾਵਰ n ਲਈ ਲੈਂਦੇ ਹਾਂ। ਅਸੀਂ ਇਸ ਫੰਕਸ਼ਨ ਨੂੰ f(x) ਅਤੇ g ਲੈਂਦੇ ਹਾਂ। ਅਸੀਂ ਇਹ x ਪਾਵਰ n ਮਾਈਨਸ 1 ਲੈਂਦੇ ਹਾਂ। ਇਸ ਲਈ ਜਦੋਂ n ਨੈਗੇਟਿਵ ਹੁੰਦਾ ਹੈ ਤਾਂ ਇਹ ਅਨਬਾਊਂਡਡ ਹੁੰਦਾ ਜਾ ਰਿਹਾ ਹੈ ਅਤੇ ਫਿਰ ਸਾਨੂੰ ਇਸ ਲਿਮਿਟ ਨੂੰ x ਤੋਂ 0 ਦੇ ਨੇੜੇ ਲੈ ਜਾਣਾ ਪਏਗਾ। ਇਸ ਲਈ ਜਦੋਂ ਅਸੀਂ ਇਸ ਲਿਮਿਟ ਨੂੰ ਲੈਂਦੇ x 0 ਦੇ ਨੇੜੇ ਪਹੁੰਚ ਜਾਂਦਾ। ਇਸ ਲਈ ਇਸ ਕੇਸ ਵਿੱਚ ਮੈਂ ਦੁਬਾਰਾ ਪੁਆਇੰਟ ਕਰਨਾ ਚਾਹਾਂਗਾ ਕਿ ਰਾਈਟ ਸਾਈਡ ਤੋਂ 0 ਦੇ ਨੇੜੇ ਆ ਰਿਹਾ ਹੈ ਅਤੇ ਇਸ ਕੇਸ ਵਿੱਚ e ਪਾਵਰ 0 ਹੋਵੇਗਾ ਜੋ 0 ਦੇ ਇਕੁਅਲ ਨਹੀਂ ਹੈ। ਇਸ ਲਈ ਦੁਬਾਰਾ ਸਾਡੇ ਕੋਲ ਉਹੀ ਕੇਸ ਹੈ ਕਿ ਜੇ ਇਹ g ਤੇ ਇੰਟੀਗਰਲ ਹੈ ਅਤੇ ਇਹ ਇੱਥੇ ਇੰਟੀਗਰਲ ਹੈ ਤਾਂ ਉਹ ਬਿਲਕੁਲ ਉਹੀ ਬਿਹੇਵ ਕਰਨਗੇ। ਅਤੇ ਇਹ ਇੱਥੇ ਵੇਖਿਆ ਜਾ ਸਕਦਾ ਹੈ। ਇਸ ਲਈ ਸਾਡੇ ਕੋਲ ਇਹ 1-n ਹੈ ਅਤੇ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ ਜਦੋਂ n 0 ਦੇ ਇਕੁਅਲ ਜਾਂ ਘੱਟ ਹੁੰਦਾ ਹੈ ਕਿਉਂਕਿ ਜਦੋਂ n 0 ਦੇ ਇਕੁਅਲ ਜਾਂ ਘੱਟ ਹੁੰਦਾ ਹੈ ਸਾਡੇ ਕੋਲ ਇਹ ਇੰਟੀਗਰਲ 1+ ਕੁਝ ਹੈ। ਇਸ ਲਈ ਇਹ ਇੰਟੀਗਰਲ ਡਾਇਵਰਜ ਹੋ ਜਾਵੇਗਾ ਕਿਉਂਕਿ ਇਹ ਇੰਟੀਗਰਲ ਉਦੋਂ ਕਨਵਰਜ ਹੁੰਦਾ ਹੈ ਜਦੋਂ 1-n 1 ਤੋਂ ਘੱਟ ਹੁੰਦਾ ਹੈ। ਪਰ ਇਸ ਕੇਸ ਵਿੱਚ ਇੱਥੇ ਇਹ ਪਾਵਰ ਜਦੋਂ n ਨੈਗੇਟਿਵ ਹੁੰਦੀ ਹੈ ਤਾਂ ਇਹ 1 ਦੇ ਇਕੁਅਲ ਜਾਂ ਵੱਡੀ ਹੋਵੇਗੀ ਅਤੇ ਉਸ ਕੇਸ ਵਿੱਚ ਇਹ ਇੰਟੀਗਰਲ ਡਾਇਵਰਜ ਹੋ ਜਾਵੇਗਾ ਅਤੇ ਇਸ ਲਈ ਇੰਟੀਗਰਲ 0 ਤੋਂ a ਵਿੱਚ ਡਾਇਵਰਜ ਹੋ ਜਾਵੇਗਾ। ਇਸ ਲਈ ਸਾਡੇ ਕੋਲ ਇਹ ਗਾਮਾ n ਹੈ ਜੋ ਕਿ ਤਦ ਡਾਇਵਰਜ ਹੁੰਦਾ ਹੈ ਜਦੋਂ n 0 ਦੇ ਇਕੁਅਲ ਜਾਂ ਘੱਟ ਹੁੰਦਾ। ਇਸ ਲਈ ਅਸੀਂ n ਅਤੇ 0 ਦੇ ਇਕੁਅਲ ਜਾਂ ਘੱਟ ਅਤੇ 0 ਅਤੇ 1 ਦੇ ਵਿਚਕਾਰ ਅਤੇ 1 ਦੇ ਇਕੁਅਲ ਦੀਆਂ ਸਾਰੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਹੈ। ਇਸ ਲਈ ਇਸ ਤੋਂ ਇਲਾਵਾ ਅਜਿਹੇ ਮਾਮਲਿਆਂ ਵਿੱਚ ਜੋ ਕਿ ਇੰਟੀਗਰਲ ਕਨਵਰਜ ਹੁੰਦੇ ਹਨ ਪਰ ਜਦੋਂ n 0 ਦੇ ਇਕੁਅਲ ਜਾਂ ਘੱਟ ਹੁੰਦਾ ਹੈ ਇਹ ਇੰਟੀਗਰਲ ਡਾਇਵਰਜ ਇਸ ਕਾਰਨ ਕਰਕੇ ਹੈ ਜਿਸ ਦੀ ਅਸੀਂ ਇੱਥੇ ਵਿਆਖਿਆ ਕੀਤੀ ਹੈ। ਅਤੇ ਹੁਣ ਇਹ ਕਨਕਲੂਜਨ ਹੈ ਕਿ ਇਸ ਗਾਮਾ ਅਤੇ ਬੀਟਾ ਦੋਨਾਂ ਦੇ ਇੰਟੀਗਰਲ ਉਹਨਾਂ ਦੇ ਕਨਵਰਜੈਂਸ ਦੇ ਮੁੱਦੇ ਹਨ ਅਤੇ ਇੱਥੇ ਇਸ ਪਾਵਰ ਦੇ ਆਧਾਰ ਤੇ ਇਸ ਗਾਮਾ n ਦੇ ਕੇਸ ਵਿੱਚ ਜਦੋਂ ਵੀ n ਪੋਜ਼ਿਟਿਵ ਹੁੰਦਾ ਹੈ ਤਾਂ ਇਹ ਕਨਵਰਜ ਕਰਦਾ ਹੈ ਅਤੇ ਦੂਸਰੇ mn ਪੋਜ਼ਿਟਿਵ ਲਈ ਵੀ ਇਹ ਕਨਵਰਜ ਕਰਦਾ ਹੈ ਤੇ ਕਨਕਲੂਜਨ ਤੇ ਆਉਂਦਾ ਹੈ ਸਾਡੇ ਕੋਲ ਇਹ ਬੀਟਾ ਫੰਕਸ਼ਨ ਹੈ ਜੋ ਕਨਵਰਜ ਕਰਦਾ ਹੈ ਜੇ mn ਅਤੇ ਦੋਵੇਂ ਸਟ੍ਰਿਕਟਲੀ ਪੋਜ਼ਿਟਿਵ ਹਨ ਅਤੇ ਇਹ ਉਦੋਂ ਡਾਇਵਰਜ ਹੁੰਦਾ ਹੈ ਜਦੋਂ m ਅਤੇ n 0 ਦੇ ਇਕੁਅਲ ਤੋਂ ਘੱਟ ਹੁੰਦੇ ਹਨ ਅਤੇ ਇਹ ਗਾਮਾ ਫੰਕਸ਼ਨ ਤਾਂ ਫਿਰ ਸਾਡੇ ਕੋਲ ਇਹ 0 ਤੋਂ ਇਨਫਿਨਿਟੀ ਪ੍ਰਤੀ ਮਾਈਨਸ x ਪਾਵਰ n ਮਾਈਨਸ 1 ਹੈ ਅਤੇ ਸਾਡੀ ਇੱਥੇ ਇਹੀ ਕੇਸ ਹੈ ਕਿ ਇਹ ਉਦੋਂ ਕਨਵਰਜ ਹੁੰਦਾ ਹੈ ਜਦੋਂ n 0 ਤੋਂ ਵੱਡਾ ਹੁੰਦਾ ਹੈ ਜਦੋਂ n 0 ਦੇ ਇਕੁਅਲ ਤੋਂ ਘੱਟ ਹੁੰਦਾ ਹੈ। ਇਸ ਲਈ ਅਗਲੇ ਲੈਕਚਰ ਵਿੱਚ ਅਸੀਂ ਇਸ ਬੀਟਾ ਅਤੇ ਗਾਮਾ ਫੰਕਸ਼ਨ ਦੀਆਂ ਕੁਝ ਵਧੀਆ ਪ੍ਰਾਪਰਟੀਜ਼ ਨੂੰ ਵੀ ਵੇਖਾਂਗੇ ਅਤੇ ਇਹਨਾਂ ਸਪੈਸ਼ਲ ਫੰਕਸ਼ਨਾਂ ਦਾ ਮੁਲਾਂਕਣ ਵੀ ਕਰਾਂਗੇ। ਇਹ ਉਹ ਰੈਫਰੈਂਸ ਹਨ ਜੋ ਅਸੀਂ ਲੈਕਚਰਾਂ ਨੂੰ ਤਿਆਰ ਕਰਨ ਲਈ ਵਰਤੇ ਹਨ। ਧੰਨਵਾਦ।